ਦਾਗੀ ਲੀਡਰਾਂ ਦੇ ਖਿਲਾਫ ਸੁਪਰੀਮ ਕੋਰਟ ਸਖਤ ਹੋ ਗਿਆ। ਦਾਗੀ ਉਮੀਦਵਾਰਾਂ ਦੇ ਅਪਰਾਧਿਕ ਵੇਰਵੇ ਜਨਤਕ ਕਰਨ ਦੇ ਸੁਪਰੀਮ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਨੇ। ਜੇਕਰ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸਿਆਸਤ ਦੇ ਵਿੱਚ ਵੱਧ ਰਹੇ ਅਪਰਾਧੀਕਰਨ ਵਿਰੁੱਧ ਦਾਖਲ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ। ਵੀਰਵਾਰ ਨੂੰ ਸੁਪਰੀਮ ਕੋਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹਨਾਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਮਾਮਲਿਆਂ ਦਾ ਰਿਕਾਰਡ ਆਪਣੀਆਂ ਵੈਬਸਾਈਟ ਤੇ ਦਿਖਾਉਣਾ ਹੋਵੇਗਾ। ਇਹਦੇ ਨਾਲ ਹੀ ਇਹ ਆਦੇਸ਼ ਵੀ ਜਾਰੀ ਕੀਤਾ ਗਿਆ ਕਿ ਉਹ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਕਿਉਂ ਦੇ ਰਹੇ ਨੇ। ਇਸ ਦਾ ਕਾਰਨ ਵੀ ਉਹਨਾਂ ਨੂੰ ਦੱਸਣਾ ਪਵੇਗਾ ਅਤੇ ਜਾਣਕਾਰੀ ਵੈਬਸਾਈਟ ਤੇ ਦਿੱਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਵੈਬਸਾਈਟ, ਅਖਬਾਰ ਅਤੇ ਸੋਸ਼ਲ ਮੀਡੀਆ ਤੇ ਇਹ ਦੱਸਣਾ ਹੋਵੇਗਾ ਕਿ ਉਹ ਅਜਿਹੇ ਉਮੀਦਵਾਰਾਂ ਦੀ ਚੋਣ ਕਿਉਂ ਕਰਦੇ ਨੇ ਜਿਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਵਿचार अधीन ने। हाल में बहुत सारे कानून बने लेकिन राजनीति का अपराधीकरण कम करने के लिए कोई कानून नहीं बना, इसलिए हमने केंद्र सरकार के खिलाफ भी कंटेम्प्ट फाइल किया था। आज माननीय सुप्रीम कोर्ट ने 7 डायरेक्शन पास किया है। माननीय सुप्रीम कोर्ट ने कहा है अब पॉलिटिकल पार्टी अगर किसी दागी आदमी को टिकट देती हैं तो उनको उसका कारण बताना पड़ेगा कि क्या उस क्षेत्र में, उस लोकसभा के क्षेत्र में या उस विधानसभा के क्षेत्र में उनको एक भी आदमी साफ सुथरा नहीं मिला, एक भी आदमी ऐसा नहीं मिला जिसके खिलाफ कोई अपराध न हो। और यदि वो देती हैं तो उसके बाद उनको 48 घंटे के अंदर उस कैंडिडेट का पूरा विस्तृत ब्यौरा, उसके अपराधों का पूरा ब्यौरा, उसके खिलाफ एफआईआर कितनी हुई है, ये एफआईआर कहाँ कहाँ हुई है, ये एफआईआर किन धाराओं में हुई है, चार्जेस फ्रेम हुआ कि नहीं हुआ, कितने, क्या पूरे ट्रायल की क्या स्टेज है, ये पूरा विस्तृत ब्यौरा 48 घंटे के अंदर सभी पॉलिटिकल पार्टियों को अपने फेसबुक और ट्विटर पे डालना पड़ेगा। 48 घंटे के अंदर उस कैंडिडेट का पूरा ब्यौरा उनको इलेक्ट्रॉनिक मीडिया और प्रिंट मीडिया में भी पब्लिश करना पड़ेगा। इसके अलावा 72 घंटे के अंदर यदि कोई पॉलिटिकल पार्टी किसी दागी को टिकट देती है एमएलए और एमपी का, उसको इलेक्शन कमीशन को बताना पड़ेगा एफिडेविट पे कि क्या कारण है कि वो दागी को टिकट दे रही है, किसी एक गैर दागी आदमी को टिकट नहीं दे रही है। इसके अलावा सुप्रीम कोर्ट ने यह भी कहा है ये पूरा का पूरा जो हमारा ऑर्डर है इसके कंप्लायंस कराना इलेक्शन कमीशन की जिम्मेदारी है। यदि कोई पॉलिटिकल पार्टी सुप्रीम कोर्ट के इस जजमेंट का कंप्लायंस नहीं करती है तो उसको कंटेम्प्ट ऑफ सुप्रीम कोर्ट माना जाएगा। ये अपने आप में बहुत ही ऐतिहासिक फैसला है। आज तक ये ऐसा कभी नहीं हुआ, अब ये पहली बार हो रहा है कि जो राजनीतिक दल अपराधियों को टिकट देंगी और उसका विस्तृत ब्यौरा इलेक्ट्रॉनिक मीडिया, प्रिंट मीडिया और सोशल मीडिया में पब्लिश नहीं करेंगी, उसको सुप्रीम कोर्ट का कंटेम्प्ट माना जाएगा। 20 ਸਾਲ ਪਹਿਲਾਂ ਕ੍ਰਿਕਟ ਜਗਤ ਵਿੱਚ ਭੁਚਾਲ ਲਿਆਉਣ ਵਾਲੇ ਮੈਚ ਫਿਕਸਿੰਗ ਕਾਂਡ ਦੇ ਮੁੱਖ ਦੋਸ਼ੀ ਬੁਕੀ ਸੰਜੀਵ ਚਾਵਲਾ ਨੂੰ ਆਖਰਕਾਰ ਬ੍ਰਿਟੇਨ ਤੋਂ ਭਾਰਤ ਲਿਆਂਦਾ ਗਿਆ। ਦਿੱਲੀ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਲੰਡਨ ਤੋਂ ਉਸ ਨੂੰ ਲੈ ਕੇ ਦਿੱਲੀ ਪਹੁੰਚੀ ਹੈ। ਸੰਜੀਵ ਚਾਵਲਾ 2000 ਦੇ ਵਿੱਚ ਹੋਈ ਫਿਕਸਿੰਗ ਸਕੈਂਡਲ ਵਿੱਚ ਸ਼ਾਮਲ ਸਨ। ਮਾਮਲਾ ਦਰਜ ਹੋਣ ਦੇ 20 ਸਾਲ ਬਾਅਦ ਸੰਜੀਵ ਨੂੰ ਭਾਰਤ ਲਿਆਂਦਾ ਗਿਆ। ਚਾਵਲਾ ਨੂੰ ਤਿਹਾੜ ਜੇਲ੍ਹ ਭੇਜਿਆ ਜਾਵੇਗਾ। ਚਾਵਲਾ ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਫਰਵਰੀ-ਮਾਰਚ 2000 ਦੇ ਵਿੱਚ ਭਾਰਤ ਦੌਰੇ ਦੇ ਦੌਰਾਨ ਕਈ ਕ੍ਰਿਕਟਰਾਂ ਨੂੰ ਮੈਚ ਫਿਕਸਿੰਗ ਕਰਾਉਣ ਦੇ ਮਾਮਲੇ ਦੇ ਵਿੱਚ ਮੁੱਖ ਆਰੋਪੀ ਨੇ। मैच फिक्सिंग ਸਕੈਂਡਲ ਵਿੱਚ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੈਂਸੀ ਕਰੋਨੀਆ ਦਾ ਵੀ ਨਾਮ ਆਇਆ ਸੀ। ਹਾਲਾਂਕਿ 2 ਸਾਲ ਬਾਅਦ ਉਹਨਾਂ ਦੀ ਪਲੇਨ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਿਨਾਂ ਭਾਰਤੀ ਕਪਤਾਨ ਮੁਹੰਮਦ ਅਜ਼ਹਰੁਦੀਨ, ਅਜੇ ਜਡੇਜਾ, ਮਨੋਜ ਪ੍ਰਭਾਕਰ ਅਤੇ ਨਇਨ ਮੁੰਗਿਆ ਦਾ ਨਾਮ ਵੀ ਇਸ ਸਕੈਂਡਲ ਦੇ ਵਿੱਚ ਆਇਆ ਸੀ। ਨਿਰਭਇਆ ਬਲਾਤਕਾਰ ਅਤੇ ਕਤਲ ਮਾਮਲੇ ਦੇ ਵਿੱਚ 4 ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੇਂਦਰ ਅਤੇ ਦਿੱਲੀ ਸਰਕਾਰ ਦੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ 1 ਦਿਨ ਦੇ ਲਈ ਮੁਲਤਵੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਪਿਛਲੀ ਸੁਣਵਾਈ ਵਿੱਚ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਸੀ। ਹਾਲਾਂਕਿ ਅੱਜ ਵੀ ਉਹਨਾਂ ਵੱਲੋਂ ਜਵਾਬ ਨਾ ਦਿੱਤੇ ਜਾਣ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ 1 ਦਿਨ ਦਾ ਸਮਾਂ ਹੋਰ ਦਿੱਤਾ ਅਤੇ ਇਸ ਕੇਸ ਦੀ ਸੁਣਵਾਈ ਹੁਣ ਸ਼ੁੱਕਰਵਾਰ 14 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਨਿਰਭਇਆ ਦੇ ਮਾਪਿਆਂ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ 4 ਦੋਸ਼ੀਆਂ ਲਈ ਨਵੇਂ ਡੈਥ ਵਾਰੰਟ ਦੀ ਮੰਗ ਕੀਤੀ ਗਈ ਸੀ। आज 2 पिटीशन पेंडिंग थी। निर्भया गैंगरेप केस में 2 पिटीशन पेंडिंग थी। एक पिटीशन तो भारत सरकार और दिल्ली सरकार ने डाली थी जो दिल्ली हाई कोर्ट के फैसले के खिलाफ थी। उस पर थोड़ी सुनवाई होकर वो कल के लिए एडजर्न हो गई है। कल उस पर 2 बजे सुनवाई होगी। और दूसरी पिटीशन जो मैंने विनय शर्मा की तरफ से दया याचिका के खिलाफ आर्टिकल 32 के तहत संविधान के, भारत संविधान के 32 के तहत हमने डाली थी। इसमें जो मर्सी पिटीशन 24-48 घंटे के अंदर जो हमारी मर्सी पिटीशन डिसाइड की थी दिल्ली सरकार, गृह मंत्रालय, लेफ्टिनेंट गवर्नर ऑफ इंडिया और प्रेसिडेंट ऑफ इंडिया, चारों के द्वारा उसके फैक्ट की तथ्य पे डाली थी। इसकी हमने आरटीआई के तहत डॉक्यूमेंट मांगे थे कि हमें ये डॉक्यूमेंट दिए जाएं, लेकिन वो डॉक्यूमेंट आरटीआई जो बना एक्ट 2005 उसके तहत हमें इसमें नहीं दिए गए। जबकि दया याचिका और जीवन की मौत
मौत से संबंधित डॉक्यूमेंट है, आप किसी का जीवन ले रहे हैं देश के महामहिम के आदेश से, तो हमें वो डॉक्यूमेंट दिए जाएं। किस आधार पर डिसमिस की? डॉक्यूमेंट नहीं दिए। फिर हमने एप्लीकेशन लगाई कि हमें फाइल इंस्पेक्ट करने का अवसर दिया जाए, तो दिल्ली सरकार ने कहा फाइल इंस्पेक्ट कर सकते हैं। फाइल इंस्पेक्ट करने में हमने वो डॉक्यूमेंट लिए, देखे और कोर्ट में भी वो बात रखी, वो पेज रखे जिसमें मर्सी पिटीशन जो देश के महामहिम राष्ट्रपति के यहाँ भेजी गई, उस पिटीशन की रिकमेंडेशन पर मैं बहुत जिम्मेदारी के साथ कह रहा हूं कि दिल्ली सरकार के गृह मंत्री के हस्ताक्षर नहीं थे, लेफ्टिनेंट गवर्नर ऑफ इंडिया के हस्ताक्षर नहीं थे। बाद में जब इस पर क्लैरिफिकेशन सॉलिसिटर जनरल ऑफ इंडिया से पूछा गया तो उन्होंने कहा हमने डिजिटल साइन मंगाए थे। व्हाट्सएप पे डिजिटल साइन आके अगर मर्सी पिटीशन डिसमिस की जाएंगी तो ये पूरी तरह से मिसकैरेज ऑफ जस्टिस भारत के संविधान के साथ, सुप्रीम कोर्ट की गाइडलाइंस के साथ और देश के नागरिकों के साथ देश के राष्ट्रपति के द्वारा और गवर्नर के द्वारा किया जा रहा है। आज ऑर्डर रिजर्व हो गया है और कल वो उनकी खारिज होगी। मुझे सुप्रीम कोर्ट पे पूरा भरोसा है और इसलिए भरोसा है कि सुप्रीम कोर्ट में ये मैटर 10 मिनट में बार बार किसी न किसी रूप में बार बार आ रहा है, तो सुप्रीम कोर्ट ने इस मैटर को बार बार देखा है, तो मुझे सुप्रीम कोर्ट पे भरोसा है कि कल उनकी मर्जी खारिज होगी। और जो दूसरा ऑर्डर भी है वो भी उम्मीद है कि एक अच्छी गाइडलाइन आएगी। देखिए जैसा सिचुएशन होता है वैसा बोलते हैं, लेकिन सुप्रीम कोर्ट में इसलिए उम्मीद है, भरोसा है कि सुप्रीम कोर्ट में ये मैटर 2017 से ही चल रहा है, कभी रिव्यू के रूप में, कभी क्यूरी के रूप में, कभी मर्सी के रूप में। तो सुप्रीम कोर्ट के सामने ये मैटर क्लियर है, तो मुझे उम्मीद है कि कल इनकी मर्सी खारिज होगी, 2 जने की बिल्कुल क्लियर हो जाएगी। उम्मीद करते हैं कि अब पटियाला हाउस में जा रहे हैं, देखते हैं वहाँ क्या होता है। जो कोर्ट ने एक ऑर्डर को रिजर्व रखा है, एक एडजर्न हुआ है, जिस ऑर्डर को रिजर्व रखा है विनय शर्मा की मर्सी पिटीशन को इन्होंने रिट पिटीशन में चैलेंज किया था, तो डेफिनेटली कल उसको रिजेक्ट कर दिया जाएगा क्योंकि उसमें कोई भी ग्राउंड नहीं था। आपने अगर देखा भी होगा कोर्ट में होंगे कि जिस तरीके से AP सिंह ने इनरिलेवेंट आर्गूमेंट रखे हैं, तो कोर्ट भी एक तरीके से मजाक ही बन रहा था और ये अननेसेसरी वैसे ही जस्टिस का मजाक बना रहे। दूसरा जो मैम है पटियाला हाउस कोर्ट की आप बात कर रहे हो, तो कल सडनली इन्होंने कॉन्स्पिरेसी के तहत ये बोला कि मेरे पास कोई लॉयर नहीं है पवन गुप्ता के पास, तो कोर्ट ने इमीडिएटली उनको पब्लिक जो लीगल एड है वो प्रोवाइड करवा दिया है कि अगर कोई भी कन्विक्टेड के पास लॉयर नहीं है तो उसको गवर्नमेंट लॉयर प्रोवाइड करवाती है। तो आज डेफिनेटली कोर्ट को ऑर्डर करना चाहिए, जो एक डेट फिक्स करनी चाहिए। ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਜ਼ੀਰਗੰਜ ਦੇ ਵਿੱਚ ਵੀਰਵਾਰ ਦੀ ਸਵੇਰ ਨੂੰ ਕੁਝ ਵਕੀਲਾਂ ਨੇ ਆਪਣੇ ਸਾਥੀਆਂ ਦੇ ਨਾਲ ਲਖਨਊ ਬਾਰ ਐਸੋਸੀਏਸ਼ਨ ਦੇ ਸੰਯੁਕਤ ਮੰਤਰੀ ਸੰਜੀਵ ਲੋਧੀ ਤੇ ਅਦਾਲਤ ਦੇ ਗੇਟ ਨੰਬਰ 4 ਕੋਲ ਹਮਲਾ ਕੀਤਾ। ਇਹਨਾਂ ਹਮਲਾਵਰਾਂ ਨੇ 7-8 ਬੰਬ ਸੁੱਟੇ, ਜਿਸ ਦੇ ਵਿੱਚ 2 ਬੰਬ ਫਟ ਗਏ। ਸੰਜੀਵ ਲੋਧੀ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 2 ਹੋਰ ਵਕੀਲਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ। ਨਾਰਾਜ਼ ਵਕੀਲਾਂ ਨੇ ਹੰਗਾਮਾ ਕੀਤਾ ਅਤੇ ਅਦਾਲਤ ਦੇ ਅੰਦਰ ਸੁਰੱਖਿਆ ਵਿੱਚ ਲਾਪਰਵਾਹੀ ਦਾ ਦੋਸ਼ ਲਾਇਆ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ 3 ਜ਼ਿੰਦਾ ਬੰਬ ਮਿਲੇ ਨੇ। ਪੀੜਤ ਵਕੀਲ ਦੇ ਸਹਿਯੋਗੀਆਂ ਨੇ ਦੋਵਾਂ ਹਮਲਾਵਰਾਂ ਦਾ ਨਾਮ ਲਿਆ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੁਲੇਟਿਨ ਦੇ ਵਿੱਚ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਟਕਸਾਲੀਆਂ ਨੂੰ ਸੁਖਬੀਰ ਬਾਦਲ ਨੇ ਵੱਡਾ ਝਟਕਾ ਦਿੱਤਾ। ਕੁਝ ਦੇਰ ਪਹਿਲਾਂ ਟਕਸਾਲੀਆਂ ਦੇ ਨਾਲ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਜਾ ਮਿਲੇ ਸਨ ਤੇ ਅੱਜ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਲਈ ਹੈ ਤੇ ਸੁਖਬੀਰ ਬਾਦਲ ਵੱਲੋਂ ਦੋਵਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਰਾਜਾ ਸੰਸੀ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕੈਪਟਨ ਸਰਕਾਰ ਦੇ ਖਿਲਾਫ ਰੋਸ ਰੈਲੀ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਟਕਸਾਲੀਆਂ ਨੂੰ ਝਟਕਾ ਦਿੱਤਾ ਹੈ। ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੇ ਦੁਬਾਰਾ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਅਕਾਲੀ ਦਲ ਵੱਲੋਂ ਰਾਜਾ ਸੰਸੀ ਵਿੱਚ ਰੋਸ ਰੈਲੀ ਕਰਵਾਈ ਗਈ, ਜਿਸ ਤੋਂ ਪਹਿਲਾਂ ਦੋਵੇਂ ਪਿਓ ਪੁੱਤਰ ਸਵੇਰੇ ਸੁਖਬੀਰ ਬਾਦਲ ਨੂੰ ਮਿਲੇ। ਅਮਰਪਾਲ ਬੋਨੀ ਨੇ ਪਾਰਟੀ ਦੇ ਲੀਡਰਾਂ ਦਾ ਧੰਨਵਾਦ ਕੀਤਾ। ਸਿਹਤ ਕਾਮਯਾਬੀ ਲਈ ਉਹਨਾਂ ਦੀ ਡਿਸਕ ਕੋਲੈਪਸ ਹੋਈ ਆ, ਜਿਹਦੇ ਕਰਕੇ ਉਸ ਪ੍ਰਧਾਨ ਜੀ ਉਹਨਾਂ ਨੂੰ ਪਤਾ ਕਰਨਗੇ ਉਹਨਾਂ ਦੀ ਸਿਹਤ ਕਾਮਯਾਬੀ ਬਾਰੇ ਵੀ ਤੇ ਪਰਿਵਾਰ ਤੁਰ ਪਏਗਾ। ਜਿਹੜੀ ਬੋਨੀ ਜੀ ਜਿਹੜੀ ਕੋਈ ਗੁੱਸੇ ਨਾਰਾਜ਼ਗੀ ਸੀਗੀ ਉਹ ਅੱਜ ਕਲੀਅਰ ਹੋ ਗਈ ਹੈ। ਕਿਸ ਤਰ੍ਹਾਂ ਮੁੱਕੀ ਹੈ ਗੱਲ ਜੋ ਤੁਹਾਡੇ ਮਨ 'ਚ ਨਾਰਾਜ਼ਗੀ? ਇਹ ਤੇ ਧੰਨਵਾਦ ਆ ਮੈਂ ਗੁਰੂ ਰਾਮਦਾਸ ਪਾਤਸ਼ਾਹ ਦਾ, ਬਾਬਾ ਬੁੱਢਾ ਸਾਹਿਬ ਦਾ ਤੇ ਖਾਸ ਕਰਕੇ ਨਾਲੇ ਹਲਕੇ ਦੀ ਸੰਗਤ ਦਾ, ਉਸ ਗੁਰੂ ਦੀ ਕਿਰਪਾ ਨਾਲ ਕਿ ਉਹਨਾਂ ਦੀਆਂ ਅਰਦਾਸਾਂ ਨਾਲ, ਉਹਨਾਂ ਦੀਆਂ ਬੇਨਤੀਆਂ ਨਾਲ, ਜੋਦਰੀਆਂ ਨਾਲ ਤੇ ਫਿਰ ਆਪਣੇ ਜਿਹੜੀ ਸਾਡੀ ਮੁੱਖ ਸੇਵਾ ਸੀ ਉਹ ਤੇ ਫਿਰ ਹਾਜ਼ਰ ਹੋਈ।
ਰਾਜਾਸਾਂਸੀ ਵਿੱਚ ਕਰਵਾਈ ਗਈ ਰੋਸ ਰੈਲੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋਏ ਲੀਡਰਾਂ ਨੂੰ ਰੱਜ ਕੇ ਕੋਸਿਆ ਅਤੇ ਉਹਨਾਂ ਨੂੰ ਨਸੀਹਤਾਂ ਵੀ ਦਿੱਤੀਆਂ। ਇਹ ਅੱਜ ਨਹੀਂ ਹੋਏ ਕਿ ਪਰਮਪੁਰਾ ਸਾਹਿਬ, ਢੀਂਡਸਾ ਸਾਹਿਬ ਇਹ ਸਾਤੋਂ ਚਲੇ ਗਏ। ਇਹ ਭਰਾਵੋ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹਨਾਂ ਵੀਰਾਂ ਨੂੰ ਕਿ ਮੇਰਾ 70 ਸਾਲ ਦਾ ਤਜਰਬਾ ਹੈ। ਉਮਰ ਤਾਂ ਮੇਰੀ 93 ਸਾਲ ਹੋ ਗਈ, ਪਰ 70 ਸਾਲਾਂ ਦਾ ਮੈਂ ਇਹ ਸਾਰਾ ਤਮਾਸ਼ਾ ਦੇਖਦਾ ਵੇਖ ਰਿਹਾ ਕਿ ਕਿਸ ਤਰ੍ਹਾਂ ਪੰਥਕ ਜਥੇਬੰਦੀਆਂ ਦੇ ਖਿਲਾਫ ਦਿੱਲੀ ਦੇ ਲੋਕ ਕਰਦੇ। ਉਹ ਇਹ ਕਰਦੇ ਕਿ ਇਹਨਾਂ ਦੇ ਲੀਡਰ ਤੋੜੋ, ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਦਿੱਲੀ ਵਾਲਿਆਂ ਨੂੰ ਵੀ, ਤੇ ਇਹ ਜਿਹੜੇ ਇਸ ਤਰ੍ਹਾਂ ਦੀਆਂ ਚਾਲਾਂ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬੜੇ ਬੜੇ ਮਹਾਰਥੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੇਰੀ ਆਦਤ ਨਹੀਂ ਕਿ ਕਿਸੇ ਦੀ ਨਿੰਦਿਆ ਜਾਂ ਨਾਂ ਲਈਏ, ਪਰ ਜਿਹੜੇ ਚੀਫ ਮਿਨਿਸਟਰਾਂ ਦੇ ਉਹਦੇ ਤੇ ਰਹੇ, ਜਿਹੜੇ ਵੱਡੇ ਵੱਡੇ ਪ੍ਰਧਾਨ ਰਹੇ, ਉਹਨਾਂ ਨੇ ਖਰੀਦ ਲਏ। ਪਰ ਇਹ ਪਾਰਟੀ ਜਿਹੜੀ ਹੈ ਇਹ ਸਾਡੀ ਉਵੇਂ ਦੀ ਉਵੇਂ ਮਜ਼ਬੂਤ ਰਹੀ। ਹੁਣ ਵੀ ਆਪਣੀ ਪੁਰਾਣੀ ਪਾਲਿਸੀ ਦੇ ਤਹਿਤ ਸਾਡੇ ਕੁਝ ਭਰਾ ਜਿਨ੍ਹਾਂ ਦਾ ਮੈਂ ਸਤਿਕਾਰ ਕਰਦਾ, ਮੈਂ ਨਫ਼ਰਤ ਨਹੀਂ ਕਰਦਾ ਹੁੰਦਾ, ਲੇਕਿਨ ਮੈਨੂੰ ਜਿਹੜਾ ਅਕਾਲੀ ਦਲ ਦੀ ਪਿੱਠ ਤੇ ਛੁਰਾ ਮਾਰਦਾ ਉਹਦੇ ਨਾਲ ਮੇਰੀ ਨਫ਼ਰਤ ਹੈ। ਮਾਂ ਹੁੰਦੀ ਹੈ, 3 ਮਾਵਾਂ ਤੁਹਾਡੀਆਂ। ਇੱਕ ਮਾਂ ਜਿਹੜੀ ਤੁਹਾਨੂੰ ਜਨਮ ਦਿੰਦੀ ਹੈ, ਤੁਹਾਡੀ ਪਾਲਣ ਪੋਸ਼ ਕਰਦੀ ਹੈ। ਦੂਜੀ ਮਾਂ ਧਰਤੀ ਮਾਂ ਹੈ, ਜਿਹੜੀ ਤੁਹਾਨੂੰ ਖਾਣ ਨੂੰ ਖੁਰਾਕ ਦਿੰਦੀ ਹੈ, ਫਲ ਦਿੰਦੀ ਹੈ, ਅਨਾਜ ਦਿੰਦੀ ਹੈ। ਲੇਕਿਨ ਉਹ 2 ਮਾਵਾਂ ਜਿਹੜੀਆਂ ਉਹ ਤੁਹਾਨੂੰ ਇੱਜ਼ਤ ਨਹੀਂ ਦੇ ਸਕਦੀਆਂ, ਤੁਹਾਨੂੰ ਉਹਦੇ ਨਹੀਂ ਦੇ ਸਕਦੀਆਂ। ਹਰ ਬੰਦਾ ਚਾਹੁੰਦਾ ਹੈ ਮੈਨੂੰ ਇੱਜ਼ਤ ਮਿਲੇ, ਲੇਕਿਨ ਉਹ ਮਾਂ ਜਿਹੜੀ ਇੱਜ਼ਤ ਦਿੰਦੀ ਹੈ ਉਹ ਪਾਰਟੀ ਦਿੰਦੀ ਹੈ। ਪਾਰਟੀ ਮਾਂ ਹੈ। ਇਹਦੀ ਪਿੱਠ ਤੇ ਜਿਹੜਾ ਛੁਰਾ ਮਾਰਦਾ ਹੈ ਉਹ ਬੜਾ ਵੱਡਾ ਗੁਨਾਹ ਕਰਦਾ ਹੈ, ਬੜਾ ਵੱਡਾ ਪਾਪ ਕਰਦਾ ਹੈ। ਰੋਸ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ ਖਿਲਾਫ ਜੰਮ ਕੇ ਭੜਾਸ ਕੱਢੀ। ਸੁਖਬੀਰ ਬਾਦਲ ਨੇ ਕੈਪਟਨ ਤੇ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਏ। ਮੁੱਖ ਮੰਤਰੀ ਦਾ ਮਤਲਬ ਕੀ? ਮੁੱਖ ਮੰਤਰੀ ਜਨਤਾ ਦਾ ਮੰਤਰੀ ਹੁੰਦਾ, ਜਨਤਾ ਦਾ ਸੇਵਕ ਹੁੰਦਾ, ਮੁੱਖ ਸੇਵਕ ਹੁੰਦਾ ਜਨਤਾ ਦਾ। ਉਹਦਾ ਕੰਮ ਹੀ ਸੇਵਾ ਕਰਨਾ ਹੈ, ਐਸ਼ ਕਰਨਾ ਨਹੀਂ। ਮੁੱਖ ਮੰਤਰੀ ਬਾਦਲ ਸਾਹਿਬ ਮੁੱਖ ਮੰਤਰੀ ਰਹਿੰਦੇ 365 ਦਿਨਾਂ ਚੋਂ ਘੱਟ ਤੋਂ ਘੱਟ 300 ਸਵਾ 300 ਦਿਨ ਪੰਜਾਬ ਦੇ ਪਿੰਡਾਂ 'ਚ ਹੁੰਦੇ, ਸ਼ਹਿਰਾਂ 'ਚ ਹੁੰਦੇ, ਮੰਡੀਆਂ 'ਚ ਹੁੰਦੇ, ਤੁਹਾਡੇ ਘਰਾਂ 'ਚ ਹੁੰਦੇ। ਆ ਕੈਪਟਨ ਮੁੱਖ ਮੰਤਰੀ ਬਣ ਜਾਂਦਾ। 2002 ਤੋਂ 2007 ਮੁੱਖ ਮੰਤਰੀ ਸੀ, ਉਦੋਂ ਨਹੀਂ ਦਿਖਾਈ ਦਿੱਤਾ। ਪਰ ਆਪਣੀ ਯਾਦਦਾਸ਼ਤ ਬੜੀ ਭੁੱਲ ਜਾਂਦੇ ਆ, ਛੇਤੀ ਭੁੱਲ ਜਾਂਦੇ ਆ। ਉਦੋਂ ਉਹਨੇ ਟਿਊਬਲਾਂ ਦੇ ਬਿੱਲ ਵੀ ਲਾਏ, ਪੈਨਸ਼ਨਾਂ ਵੀ ਬੰਦ ਕੀਤੀਆਂ, ਸਾਰਾ ਕੁਝ ਬੰਦ ਕੀਤਾ। ਪਰ ਫਿਰ ਗੱਲਾਂ ਚ ਆ ਗਏ, ਉਹਦੇ ਝੂਠ ਗੱਲ ਆ ਗਏ। ਹੁਣ ਦੇਖ ਲਓ 3 ਸਾਲ ਹੋ ਗਏ ਸਰਕਾਰ ਬਣੀ ਨੂੰ, ਕੈਪਟਨ ਨੂੰ ਮੁੱਖ ਸੇਵਾਦਾਰ ਕਹਿਣ ਦੇ ਲਾਇਕ ਹੈ। ਕਿੰਨੀ ਵਾਰ ਰਾਜਾ ਸਾਂਸੀ ਆਇਆ ਜੀ? ਆਇਆ ਕਿਤੇ? ਅੰਮ੍ਰਿਤਸਰ ਜ਼ਿਲ੍ਹੇ 'ਚ ਕਿੰਨੀ ਵਾਰ ਆਇਆ? ਤੁਸੀਂ ਆਹ ਗੱਲ ਤਾਂ ਛੱਡੋ, ਤੁਹਾਡੇ ਕੋਲੇ ਆਉਣਾ ਛੱਡੋ। ਜਦੋਂ ਮੁੱਖ ਮੰਤਰੀ ਬਣਦਾ ਪੰਜਾਬ ਦਾ, ਸਭ ਤੋਂ ਪਹਿਲੇ ਕੰਮ, ਜੋ ਵੀ ਮੁੱਖ ਮੰਤਰੀ ਬਣਦਾ ਹੈ ਸਭ ਤੋਂ ਪਹਿਲੇ ਕੰਮ ਕਰਦਾ ਹੈ ਸ਼੍ਰੀ ਦਰਬਾਰ ਸਾਹਿਬ ਆਉਂਦਾ ਹੈ, ਪਰਮਾਤਮਾ ਦਾ ਸ਼ੁਕਰਾਨ ਕਰਦਾ ਹੈ, ਆਸ਼ੀਰਵਾਦ ਲੈਂਦਾ ਹੈ। ਕੈਪਟਨ ਮੁੱਖ ਮੰਤਰੀ ਬਣਿਆ 3-4 ਮਹੀਨੇ ਨਹੀਂ ਆਇਆ, ਜਦੋਂ ਸਾਰੀ ਸੰਗਤਾਂ ਨੇ ਰੌਲਾ ਪਾਇਆ ਘੱਟ ਤੋਂ ਘੱਟ ਆਸ਼ੀਰਵਾਦ ਲੈਣ ਤਾਂ ਦਰਬਾਰ ਸਾਹਿਬ ਆ ਜਾ। ਫਿਰ 5 ਮਿੰਟ ਵਾਸਤੇ ਆਇਆ, ਉਹ ਦਿਨ ਤੇ ਅੱਜ ਦਾ ਦਿਨ ਫਿਰ ਨਹੀਂ ਆਇਆ। ਫੌਜ ਦੇ ਹੈਲੀਕਾਪਟਰ ਵਿੱਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਰੋਪੜ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ ਦੇ ਵਿੱਚ ਪਾਇਲਟ ਅਤੇ 3 ਫੌਜੀ ਅਧਿਕਾਰੀ ਸਵਾਰ ਸਨ। ਇਸ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਸੁਰੱਖਿਅਤ ਨੇ। ਜਾਣਕਾਰੀ ਮੁਤਾਬਕ ਦੁਪਹਿਰ ਲਗਭਗ 12 ਵਜੇ ਫੌਜੀ ਹੈਲੀਕਾਪਟਰ ਚੇਤਕ Z1398 ਵਿੱਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਇਸ ਨੂੰ ਰੋਪੜ ਵਿਖੇ ਖੇਤਾਂ ਦੇ ਵਿੱਚ ਲੈਂਡ ਕਰਵਾਉਣਾ ਪਿਆ। ਪਾਇਲਟ ਨੇ ਆਪਣੀ ਸਮਝ ਨਾਲ ਰੋਪੜ ਚੰਡੀਗੜ੍ਹ ਸੜਕ ਉੱਤੇ ਪਿੰਡ ਬਨ ਮਾਜਰਾ ਨੇੜੇ ਹੈਲੀਕਾਪਟਰ ਨੂੰ ਸੁਰੱਖਿਅਤ ਤਰੀਕੇ ਨਾਲ ਲੈਂਡ ਕਰਵਾਇਆ। ਇਹ ਹੈਲੀਕਾਪਟਰ ਪਟਿਆਲਾ ਤੋਂ ਉੱਡਿਆ ਸੀ ਅਤੇ ਪਠਾਨਕੋਟ ਜਾ ਰਿਹਾ ਸੀ। ਗੁੱਡ ਮਾਰਨਿੰਗ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਦੇਖਦੇ ਰਹੋ ABP ਸਾਂਝਾ।